ਹੈਲੋ ਬਈ, ਕੀ ਹਾਲ ਚਾਲ ਹੈ ਸਭ ਦਾ। ਮਾਈ ਨੇਮ ਇਜ਼ ਕੈਰੂ ਤੇ ਆਪਣੇ ਚੈਨਲ ਤੇ ਬੇਸਿਕਲੀ ਟਰੈਵਲ ਦੇ ਵਲੌਗਸ ਆਉਂਦੇ ਨੇ ਇਨ ਕੈਨੇਡਾ। ਤੇ ਬਟ ਹੁਣ ਆਪਾਂ ਸਟੂਡੈਂਟ ਲਾਈਫ ਤੇ ਵਲੌਗਸ ਸ਼ੁਰੂ ਕਰਨ ਲੱਗੇ ਹਾਂ। ਤੇ ਆਪਣਾ ਫਸਟ ਵਲੌਗ ਹੈ। ਅੱਜ ਆਪਾਂ ਵਰਕ ਪਰਮਿਟ ਅਪਲਾਈ ਕਰਾਂਗੇ। ਐਜ਼ ਅ ਸਟੂਡੈਂਟ ਮੈਂ ਸਟੱਡੀ ਪਾਸ ਕੀਤੀ ਹੈ ਤੇ ਉਹ ਤੋਂ ਬਾਅਦ ਮੈਂ ਵਰਕ ਪਰਮਿਟ ਆਪਣੇ ਆਪ ਅਪਲਾਈ ਕੀਤਾ ਬਿਕੋਜ਼ ਮੇਰੇ ਕੋਲੇ ਪੈਸੇ ਨਹੀਂ ਸੀਗੇ ਲਾਇਰ ਨੂੰ ਦੇਣ ਵਾਸਤੇ। ਤੇ ਮੇਰੇ ਅਕਾਊਂਟ 'ਚ $150 ਫੀਸ ਨਹੀਂ ਸੀਗੀ, 100-150 ਜਿੰਨਾ ਵੀ ਲਾਇਰ ਲੈਂਦਾ ਹੈਗਾ। ਮੇਰੇ ਕੋਲ ਸਿਰਫ ਉਨੀ ਹੀ ਫੀਸ ਸੀ ਜਿੰਨੀ ਵਰਕ ਪਰਮਿਟ ਦੀ ਮੈਂ ਔਨਲਾਈਨ ਪੇ ਕਰ ਸਕਦਾ ਬਿਕੋਜ਼ ਮੇਰੀ ਰੈਸਟੋਰੈਂਟ 'ਤੇ ਮੈਂ ਕੰਮ ਕਰਦਾ ਸੀ। ਤੇ ਉਹ ਕਹਿੰਦੇ ਵੀ 2-3 ਦਿਨਾਂ 'ਚ ਅਪਲਾਈ ਕਰ ਦੇ, ਅਪਲਾਈਡ ਸਟੇਟਸ 'ਤੇ ਤੂੰ ਫੁੱਲ ਟਾਈਮ ਹੋ ਜਾਏਗਾ ਵੀ। ਅਦਰਵਾਈਜ਼ ਜਦੋਂ ਤੁਹਾਡੀ ਸਟੱਡੀ ਖਤਮ ਹੋ ਜਾਂਦੀ ਹੈ ਉਦੋਂ ਤੋਂ ਲੈ ਕੇ ਤੇ ਜਦੋਂ ਤੱਕ ਤੁਸੀਂ ਅਪਲਾਈ ਨਹੀਂ ਕਰ ਦਿੰਦੇ ਵਰਕ ਪਰਮਿਟ, ਉਦੋਂ ਤੁਹਾਡਾ ਕੋਈ ਸਟੇਟਸ ਨਹੀਂ ਹੁੰਦਾ ਤੇ ਤੁਸੀਂ ਵਰਕ ਨਹੀਂ ਕਰ ਸਕਦੇ। ਅਗਰ ਕਰਦੇ ਹੋ ਥੋੜਾ ਜਿਹਾ ਰਿਸਕ ਆ, ਤਾਂ ਕਰਕੇ ਮੇਰੀਆਂ ਟਰਾਂਸਕ੍ਰਿਪਟ ਕੰਪਲੀਸ਼ਨ ਲੈਟਰ ਕਾਲਜ ਤੋਂ ਆ ਗਿਆ ਸੀ। ਉਹਦੇ 2 ਦਿਨ ਬਾਅਦ ਹੀ ਮੈਂ ਵਰਕ ਪਰਮਿਟ ਅਪਲਾਈ ਕਰਤਾ। ਮੇਰੇ ਕੋਲ ਪੈਸੇ ਨਹੀਂ ਸੀਗੇ ਲਾਇਰ ਨੂੰ ਦੇਣ ਵਾਸਤੇ, ਤਾਂ ਮੈਂ ਆਪਣੇ ਆਪ ਹੀ ਅਪਲਾਈ ਕਰਤਾ ਔਨਲਾਈਨ। ਤੇ ਉਹ ਤੋਂ ਬਾਅਦ ਮੈਂ 6-7 ਜਣਿਆਂ ਦਾ ਹੋਰ ਵੀ ਕੀਤਾ ਤੇ ਸਾਰਿਆਂ ਦਾ ਵਰਕ ਪਰਮਿਟ 10-10 ਦਿਨ ਦੇ ਵਿੱਚ ਆ ਗਿਆ ਬਿਕੋਜ਼ ਫਸਟ ਸੀਗਾ ਪ੍ਰੋਸੈਸ। ਬਿਕੋਜ਼ ਕੋਵਿਡ ਜਦੋਂ ਲੋਸ ਹੋਇਆ ਸੀਗਾ ਕੋਵਿਡ ਦੇ ਵਿੱਚ, ਗਵਰਨਮੈਂਟ ਹੁਣ ਉਹਨੂੰ ਪੂਰਾ ਕਰਦੀ ਸੀ। ਸੋ ਆਪਣਾ ਥੋੜਾ ਜਿਹਾ ਐਕਸਪੀਰੀਅੰਸ ਹੈ ਤੇ ਆਪਾਂ ਹੁਣ ਸਕਰੀਨ ਤੇ ਚੱਲਦੇ ਹਾਂ ਤੇ ਆਪਾਂ ਖੁਦ ਵਰਕ ਪਰਮਿਟ ਅਪਲਾਈ ਕਰਦੇ ਹਾਂ। ਕੱਲਾ ਸਟੈਪ ਮੈਂ ਸਮਝਾਊਂਗਾ। ਅਗਰ ਫਿਰ ਵੀ ਕੋਈ ਕਨਫਿਊਜ਼ਨ ਰਹੀ, ਤੁਹਾਨੂੰ ਸਾਰੀ ਵੀਡੀਓ ਦੇਖਣ ਤੋਂ ਬਾਅਦ ਥੋੜਾ ਜਿਹਾ ਦੁਬਾਰਾ ਦੇਖੋ। ਅਗਰ ਫਿਰ ਵੀ ਕਨਫਿਊਜ਼ਨ ਰਹੀ ਤਾਂ ਇੰਸਟਾਗ੍ਰਾਮ ਤੇ DM ਕਰ ਲਿਓ, ਆਪਾਂ ਹੈਲਪ ਕਰ ਦਾਂਗੇ। ਵਰਕ ਪਰਮਿਟ ਅਪਲਾਈ ਕਰਨ ਲਈ ਆਪਾਂ ਨੂੰ ਗੂਗਲ ਤੇ GCK ਲੌਗਇਨ ਕਰਨਾ ਪੈਣਾ। GCK ਇੱਕ ਅਕਾਊਂਟ ਹੁੰਦਾ ਜਿੱਥੇ ਤੁਸੀਂ ਵਰਕ ਪਰਮਿਟ, ਸਟੱਡੀ ਪਰਮਿਟ, ਐਕਸਟੈਂਸ਼ਨ ਇਹ ਸਭ ਚੀਜ਼ਾਂ ਕਰ ਸਕਦੇ ਹੋ। ਜਦੋਂ ਇੰਡੀਆ ਤੋਂ ਤੁਹਾਡਾ ਜੋ ਏਜੰਟ ਹੈ, ਜੋ ਤੁਹਾਡੀ ਫਾਈਲ ਅਪਲਾਈ ਕਰਦਾ, ਉਹਦੇ ਕੋਲ ਇਹ ਅਕਾਊਂਟ ਹੁੰਦਾ, ਤੁਸੀਂ ਫ਼ੋਨ ਕਰਕੇ ਪੁੱਛ ਸਕਦੇ ਹੋ। ਅਗਰ ਨਹੀਂ ਵੀ ਹੈ ਤੁਹਾਡੇ ਕੋਲ ਤਾਂ ਤੁਸੀਂ ਨਿਊ ਵੀ ਕ੍ਰੀਏਟ ਕਰ ਸਕਦੇ ਹੋ, ਉਹ ਕੋਈ ਵੱਡਾ ਇਸ਼ੂ ਨਹੀਂ ਹੈ। ਤਾਂ ਆਪਾਂ ਇੱਥੇ ਗੂਗਲ ਤੇ ਸਰਚ ਕਰਾਂਗੇ ਲੌਗਇਨ ਟੂ GCK ਸਰਚ। ਜੋ ਫਸਟ ਪੁਆਇੰਟ ਹੈ ਇੱਥੇ ਹੀ ਆਪਾਂ ਸਾਈਨ ਇਨ ਟੂ IRCC ਸਿਕਿਉਰ ਅਕਾਊਂਟ ਇੱਥੇ ਉਹ ਕਰਾਂਗੇ ਤੇ ਉਹ ਤੋਂ ਬਾਅਦ ਸਾਈਨ ਇਨ ਵਿਦ GCK ਕਰਾਂਗੇ। ਉਹ ਤੋਂ ਬਾਅਦ ਓਪਨ ਦਿਸ ਤੇ ਉਹ ਤੋਂ ਬਾਅਦ ਇੱਥੇ ਯੂਜ਼ਰ ਨੇਮ ਤੇ ਪਾਸਵਰਡ ਵੀ ਭਰ ਸਕਦੇ ਹਾਂ। ਮੇਰੇ ਕੋਲ ਹੈਗਾ ਬਟ ਐਜ਼ ਅ ਨਿਊ ਯੂਜ਼ਰ ਇੱਥੇ ਸਾਈਨ ਅਪ ਕਲਿੱਕ ਕਰਾਂਗੇ। ਇਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਨੇ, ਉਹ ਆਪਾਂ ਐਕਸੈਪਟ ਕਰਾਂਗੇ ਇੱਥੇ। ਉਹ ਤੋਂ ਬਾਅਦ ਕ੍ਰੀਏਟ ਯੂਰ ਯੂਜ਼ਰ ਨੇਮ ਤੇ ਇੱਦਾਂ ਯੂਜ਼ਰ ਨੇਮ ਕ੍ਰੀਏਟ ਕਰ ਲੈਣਾ ਜੋ ਵੀ ਹੈ, ਲਾਈਕ ਕੰਟੀਨਿਊ। ਇਹ ਸਭ ਮੇਰਾ ਕ੍ਰੀਏਟ ਕੀਤਾ ਹੋਏਗਾ, ਤੁਸੀਂ ਆਪਣਾ ਕ੍ਰੀਏਟ ਕਰ ਸਕਦੇ ਹੋ, ਪਾਸਵਰਡ ਕ੍ਰੀਏਟ ਕਰ ਸਕਦੇ ਹੋ। ਤੇ ਉਹ ਤੋਂ ਬਾਅਦ ਤੁਹਾਡਾ ਕ੍ਰੀਏਟ ਹੋ ਜਾਏਗਾ ਤਾਂ ਉਹ ਤੋਂ ਬਾਅਦ ਤੁਸੀਂ ਲੌਗਇਨ ਕਰ ਸਕਦੇ ਹੋ, ਲੌਗਇਨ ਟੂ GCK। ਇੱਥੇ ਤੁਹਾਨੂੰ ਆਪਸ਼ਨ ਦਿਖਾਈ ਦੇਣਗੀਆਂ। ਇੱਥੇ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਤੁਸੀਂ ਸਾਈਨ ਇਨ ਕਰ ਸਕਦੇ ਹੋ। ਜਦੋਂ ਤੁਸੀਂ ਓਪਨ ਕਰੋਗੇ ਇਮੀਗ੍ਰੇਸ਼ਨ ਦਾ ਜੋ ਪੋਰਟਲ ਹੈਗਾ, ਜੋ ਇਮੀਗ੍ਰੇਸ਼ਨ ਦੀ ਆਪਸ਼ਨ ਸਿਲੈਕਟ ਕਰੋਗੇ, ਉੱਥੇ ਬਹੁਤ ਸਾਰੀਆਂ ਆਪਸ਼ਨ ਨੇ ਤੇ ਉੱਥੇ ਆਪਾਂ ਵਰਕ ਸਿਲੈਕਟ ਕਰਾਂਗੇ। ਤੇ ਉਹ ਤੋਂ ਬਾਅਦ ਨੀਚੇ ਇਹ ਰੈਫਰੈਂਸ ਕੋਡ ਹੁੰਦੀ ਹੈ। ਅਗਰ ਤੁਹਾਡਾ ਜੋ ਐਮਪਲੋਇਰ ਵਗੈਰਾ ਹੈ ਜਾਂ ਲਾਇਰ ਵਗੈਰਾ ਹੈ, ਜੋ ਵੀ ਤੁਹਾਡਾ ਅਪਲਾਈ ਕਰ ਦੇਗਾ। ਤੇ ਨੀਚੇ 3 ਆਪਸ਼ਨਾਂ ਆ ਜਾਂਦੀਆਂ ਨੇ ਐਲੀਜੀਬਿਲਿਟੀ ਤੇ ਅਪਲਾਈ ਔਨਲਾਈਨ ਕਰਨ ਵਾਸਤੇ, ਐਕਸਪ੍ਰੈਸ ਐਂਟਰੀ, ਵਿਜ਼ਟਰ ਵੀਜ਼ਾ, ਇੰਟਰਨੈਸ਼ਨਲ ਐਕਸਪੀਰੀਅੰਸ IEC। ਤੇ ਆਪਾਂ ਐਜ਼ ਅ ਵਿਜ਼ਟਰ ਹਾਂ ਇੱਥੇ ਕੈਨੇਡਾ ਦੇ ਵਿੱਚ, ਤਾਂ ਆਪਾਂ ਵਰਕ ਪਰਮਿਟ ਲਿਖਿਆ ਹੋਏਗਾ ਇੱਥੇ, ਤਾਂ ਇਹਨੂੰ ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਇਹ ਜੋ ਮੇਨ ਕ੍ਰਾਈਟੇਰੀਆ ਹੈ ਇਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਭਰਨਾ ਪੈਂਦਾ ਹੈ ਬਿਕੋਜ਼ ਇਹਦੇ ਮੁਤਾਬਕ ਹੀ ਤੁਹਾਡਾ ਜੋ ਸਾਰੀਆਂ ਡਿਟੇਲਸ ਉਹ ਕਰਕੇ, ਉਹ ਸਿਲੈਕਟ ਕਰਕੇ ਜੋ ਸਿਸਟਮ ਹੈ ਉਹ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ਾ ਜਾਂ ਵਰਕ ਵੀਜ਼ਾ ਜੋ ਵੀ ਹੈ ਤੁਸੀਂ ਉਹਦੇ ਹਿਸਾਬ ਨਾਲ ਹੀ ਸਿਲੈਕਟ ਕਰੂਗਾ ਬਿਕੋਜ਼ ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਤੇ ਵਟ ਵੁੱਡ ਯੂ ਲਾਈਕ ਟੂ ਡੂ ਇਨ ਕੈਨੇਡਾ, ਇੱਥੋਂ ਹੀ TR ਵੀ ਅਪਲਾਈ ਹੁੰਦਾ ਵਰਕ ਪਰਮਿਟ ਤੋਂ ਬਾਅਦ, ਜਿਹਨੂੰ ਆਪਾਂ ਟੈਂਪਰੇਰੀ ਰੈਸੀਡੈਂਸ ਵੀਜ਼ਾ ਕਹਿੰਦੇ ਹਾਂ। ਜਦੋਂ ਆਪਾਂ ਇੰਡੀਆ ਚੱਲ ਜਾਂਦੇ ਹਾਂ ਤਾਂ ਵਾਪਿਸ ਆਉਣ ਵਾਸਤੇ ਉਹ ਜ਼ਰੂਰੀ ਹੁੰਦਾ। ਇਕੱਲੇ ਵਰਕ ਪਰਮਿਟ ਦੇ ਬੇਸ 'ਤੇ ਆਪਾਂ ਵਾਪਿਸ ਨਹੀਂ ਆ ਸਕਦੇ। ਜੇ ਇੱਥੇ ਵਿਜ਼ਿਟ ਕਰ ਦੋਗੇ ਤਾਂ ਉਹ ਅਪਲਾਈ ਹੋ ਜਾਏਗਾ TR ਵੀ,
ਜੇ ਇੱਥੇ ਵਰਕ ਕਰ ਦੋਗੇ ਤਾਂ ਵਰਕ ਪਰਮਿਟ ਅਪਲਾਈ ਹੋ ਜਾਏਗਾ, ਬਾਕੀ ਸਭ ਕੁਝ ਸੇਮ ਹੈਗਾ। ਹਾਊ ਲੌਂਗ ਯੂ ਆਰ ਪਲੈਨਿੰਗ ਟੂ ਸਟੇ ਇਨ ਕੈਨੇਡਾ, ਆਲਵੇਜ਼ ਆਪਾਂ ਨੇ ਟੈਂਪਰੇਰੀਲੀ ਕਰਨਾ ਤੇ ਮੋਰ ਦੈਨ 6 ਮੰਥ ਕਰਨਾ, ਪਰਮਾਨੈਂਟਲੀ ਨਹੀਂ, ਬਿਕੋਜ਼ ਆਪਾਂ ਨੇ ਪੀਆਰ ਨਹੀਂ ਅਪਲਾਈ ਕੀਤੀ, ਰਾਈਟ। ਇਹ ਵਰਕ ਪਰਮਿਟ ਹੈ ਤਾਂ ਮੋਰ ਦੈਨ 6 ਮੰਥਸ। ਤੇ ਇੱਥੇ ਜੋ ਪਾਸਪੋਰਟ ਦੇ ਉੱਤੇ ਸਿਲੈਕਟ ਦਾ ਕੋਡ ਦੈਟ ਮੈਚਸ ਦਾ ਵਨ ਔਨ ਯੂਰ ਪਾਸਪੋਰਟ, ਤਾਂ ਪਾਸਪੋਰਟ ਦੇ ਉੱਤੇ ਆਪਾਂ ਇੰਡੀਆ ਸਿਲੈਕਟ ਕਰਾਂਗੇ ਬਿਕੋਜ਼ ਪਾਸਪੋਰਟ ਤੇ ਆਪਣੇ ਇੰਡੀਆ ਹੈਗਾ। ਤੇ ਉਹ ਤੋਂ ਬਾਅਦ what is your current territory of resident, if you are presently in Canada you should select Canada, ਤਾਂ ਆਪਾਂ ਇੱਥੇ ਹੁਣ presently ਆਪਾਂ ਕੈਨੇਡਾ ਦੇ ਵਿੱਚ ਆ, ਜੇ ਤੁਸੀਂ ਇੰਡੀਆ ਤੋਂ ਅਪਲਾਈ ਕਰਦੇ ਹੋ ਤਾਂ ਇੰਡੀਆ ਸਿਲੈਕਟ ਕਰ ਸਕਦੇ ਹੋ, ਤਾਂ ਇੱਥੇ ਆਪਾਂ ਕੈਨੇਡਾ ਸਿਲੈਕਟ ਕਰਾਂਗੇ। ਤੇ ਉਹ ਤੋਂ ਬਾਅਦ do you have a family member who is Canadian citizen or permanent residence and is 18 years older, ਆਪਣਾ ਕੋਈ ਵੀ ਫੈਮਿਲੀ ਮੈਂਬਰ ਕੈਨੇਡੀਅਨ ਸਿਟੀਜ਼ਨ ਨਹੀਂ ਹੈਗਾ, ਜੇ ਹੈਗਾ ਤਾਂ ਸਿਲੈਕਟ ਕਰ ਸਕਦੇ ਹੋ, ਤਾਂ ਇੱਥੇ ਆਪਾਂ ਕਰਾਂਗੇ ਨੋ। ਤੇ ਨੀਚੇ ਆਪਣੀ ਆ ਜਾਂਦੀ ਹੈ ਡੇਟ ਆਫ ਬਰਥ, ਡੇਟ ਆਫ ਬਰਥ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ, ਲਾਈਕ ਫੋਰ ਐਗਜ਼ਾਮਪਲ। ਤੇ ਨੈਕਸਟ ਅਥਵਾ ਨੈਕਸਟ ਚੱਲਾਂਗੇ ਆਪਾਂ। ਉਹ ਤੋਂ ਬਾਅਦ ਪੁੱਛਦੇ ਆ ਇਹ ਆਰ ਯੂ ਅ ਲਾਫੁਲ ਪਰਮਾਨੈਂਟ ਰੈਜ਼ੀਡੈਂਸ ਆਫ ਯੂਨਾਈਟਿਡ ਸਟੇਟਸ ਵਿਦ ਵੈਲਿਡ US ਸਿਟੀਜ਼ਨਸ਼ਿਪ, ਉਹ ਆਪਣੇ ਕੋਲ US ਸਿਟੀਜ਼ਨਸ਼ਿਪ ਨਹੀਂ ਹੈਗੀ ਤਾਂ ਆਪਾਂ ਇੱਥੇ ਨੋ ਸਿਲੈਕਟ ਕਰਾਂਗੇ। what is your current immigration status in Canada, ਆਪਾਂ ਸਟੱਡੀ ਪਾਸ ਕਰ ਲਈ ਹੈ ਤੇ ਵਰਕ ਪਰਮਿਟ ਆਪਾਂ ਅਪਲਾਈ ਕਰਨ ਲੱਗੇ ਹਾਂ, ਹਲੇ ਕੀਤਾ ਨਹੀਂ, ਤਾਂ ਆਪਣਾ ਕੋਈ ਵੀ ਸਟੇਟਸ ਨਹੀਂ, ਤਾਂ ਆਪਾਂ ਆਪਣਾ ਪ੍ਰੀਵੀਅਸ ਸਟੇਟਸ ਸਿਲੈਕਟ ਕਰਾਂਗੇ ਐਜ਼ ਅ ਸਟੂਡੈਂਟ ਆਪਾਂ ਸਟਿਲ। ਤੇ ਉਹ ਤੋਂ ਬਾਅਦ ਡੂ ਯੂ ਪਲਾਨ ਟੂ ਵਰਕ ਔਨ ਕੈਂਪਸ, ਔਨ ਕੈਂਪਸ ਤੁਸੀਂ ਕੰਮ ਪਹਿਲਾਂ ਹੀ ਕਰਦੇ ਹੋ ਜਾਂ ਫਿਰ ਫੁੱਲ ਟਾਈਮ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ ਕਾਲਜ ਦੇ ਵਿੱਚ ਹੀ, ਅਗਰ ਨਹੀਂ ਤਾਂ ਸਿਲੈਕਟ ਨੋ। I will suggest ਕਿ ਨੋ ਹੀ ਸਿਲੈਕਟ ਕਰੋ ਬਿਕੋਜ਼ ਬਾਅਦ ਦੇ ਵਿੱਚ ਤੁਹਾਡੀ ਆਪਸ਼ਨ ਹੈ, ਤੁਸੀਂ ਔਨ ਕੈਂਪਸ ਕਰ ਵੀ ਸਕਦੇ ਹੋ, ਨਹੀਂ ਕਰਨਾ ਚਾਹੁੰਦੇ ਤਾਂ ਵੀ। Have you recently graduated from participating Canadian post-secondary institution which your study program was a full-time a minimum of 8 months, ਮਤਲਬ 1 year ਕਹਿੰਦੇ ਆ ਇੱਥੇ, 4 months ਦਾ ਜੋ ਸਮੈਸਟਰ ਹੁੰਦਾ ਮੀਨਸ 2 ਸਮੈਸਟਰ ਐਟਲੀਸਟ ਤੁਸੀਂ ਕਾਲਜ ਦੇ ਵਿੱਚ ਲਗਾਇਆ, ਤਾਂ ਉਹ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਲਈ, ਤਾਂ ਆਪਾਂ ਇੱਥੇ ਯੈਸ ਕਰਾਂਗੇ। Is your work permit an essential part of study, ਲਾਈਕ ਜਿਹੜਾ ਤੁਹਾਡਾ ਵਰਕ ਪਰਮਿਟ ਹੈ, ਤੁਸੀਂ ਹੌਸਪਿਟੈਲਿਟੀ ਦੇ ਸਟੂਡੈਂਟ ਹੋ, ਹੌਸਪਿਟੈਲਿਟੀ ਦੇ ਜੋਬ ਕਰਦੇ ਹੋ ਤੇ ਵਰਕ ਪਰਮਿਟ ਤੇ ਵੀ ਸੇਮ ਜੋਬ ਕਰਨਾ ਚਾਹੁੰਦੇ ਹੋ, ਜਾਂ ਕੋਈ ਅਸੈਂਸ਼ੀਅਲ ਪਾਰਟ ਆਫ ਮੈਡੀਕਲ ਦੇ ਸਟੂਡੈਂਟ ਹੋ, ਮੈਡੀਕਲ ਦੇ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਕਰੰਟਲੀ ਐਜ਼ ਅ ਪਾਰਟ ਟਾਈਮ ਤੇ ਅੱਗੇ ਵੀ ਫੁੱਲ ਟਾਈਮ ਕਰਨਾ ਚਾਹੁੰਦੇ ਹੋ ਤਾਂ ਯੈਸ ਕਰ ਦਿਓ, ਅਗਰ ਨਹੀਂ ਕਰਨਾ ਤਾਂ ਨੋ ਕਰ ਦਿਓ। ਆਪਾਂ ਨੋ ਕਰ ਦਿੰਦੇ ਹਾਂ ਬਿਕੋਜ਼ ਆਪਾਂ ਕੰਮ ਚੇਂਜ ਕਰਦੇ ਰਹਿੰਦੇ ਹਾਂ, ਰਾਈਟ, ਸਟੱਡੀ ਤੋਂ ਬਾਅਦ ਕਈ ਵਾਰੀ ਫੀਲਡ ਜੋਬ ਆਪਾਂ ਨਹੀਂ ਵੀ ਕਰਦੇ। ਤੇ ਉਹ ਤੋਂ ਬਾਅਦ ਆਪਸ਼ਨ ਆ ਜਾਂਦੀ ਹੈ ਹੈਵ ਯੂ ਬੀਨ ਟੋਲਡ ਬਾਈ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਆਫਿਸ that you are approved in principle for permanent residence in Canada, ਤੇ ਆਪਾਂ ਨੇ ਕਿਸੇ ਵੀ ਇਮੀਗ੍ਰੇਸ਼ਨ ਆਫਿਸਰ ਨੇ ਜਾਂ ਆਫਿਸ ਤੋਂ ਆਪਾਂ ਨੂੰ ਕਾਲ ਜਾਂ ਈਮੇਲ ਆਈ ਹੋਵੇ ਕਿ ਆਪਾਂ ਐਲੀਜੀਬਲ ਆ ਪਰਮਾਨੈਂਟ ਰੈਜ਼ੀਡੈਂਸ ਲਈ, ਤਾਂ ਆਪਾਂ ਨੂੰ ਨਹੀਂ ਆਈ ਤਾਂ ਨੋ ਕਰਾਂਗੇ। ਹੈਵ ਯੂ ਸਬਮਿਟਡ ਅ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਇਨ ਕੈਨੇਡਾ, ਆਪਾਂ ਸਟੂਡੈਂਟ ਹਾਂ ਤੇ ਹਲੇ ਹੁਣ ਵਰਕ ਪਰਮਿਟ ਅਪਲਾਈ ਕਰਨ ਲੱਗੇ ਹਾਂ ਤੇ ਆਪਾਂ ਨੇ ਪਰਮਾਨੈਂਟ ਰੈਜ਼ੀਡੈਂਸ ਹਲੇ ਅਪਲਾਈ ਨਹੀਂ ਕੀਤੀ ਤਾਂ ਆਪਾਂ ਇੱਥੇ ਨੋ ਕਰਾਂਗੇ। ਡੂ ਹੈਵ ਅ ਰਿਟਨ ਜੋਬ ਆਫਰ, ਅਗਰ ਤੁਹਾਡੇ ਕੋਲੇ ਜੋਬ ਆਫਰ ਹੈਗਾ ਐਮਪਲੋਇਰ ਤੋਂ, ਲਾਈਕ ਨੌਕਰੀ ਦੀ ਜੋਬ ਕਰਦੇ ਹੋ ਜਿੱਥੇ ਤੁਸੀਂ ਪਾਰਟ ਟਾਈਮ 2 ਸਾਲਾਂ ਤੋਂ ਤੇ ਉਹ ਜੋਬ ਲੈਟਰ ਤੁਹਾਨੂੰ ਦੇ ਰਹੇ ਆ ਤਾਂ ਯੈਸ ਕਰ ਸਕਦੇ ਹੋ, ਨਹੀਂ ਦੇ ਰਹੇ ਆਪਾਂ ਕੰਮ ਚੇਂਜ ਕਰ ਰਹੇ ਹਾਂ ਵਾਰ-ਵਾਰ, ਇੱਕ ਜਗ੍ਹਾ ਨਹੀਂ ਕੰਮ ਕਰਦੇ ਪਏ ਤਾਂ ਇੱਥੇ ਨੋ ਕਰ ਦਿਓ। Find out if you are eligible to apply, do you have an
official letter from your school that confirms you have completed your study program as well as copy of your final transcript। ਇਹਦਾ ਮਤਲਬ ਹੈ ਤੁਹਾਡੇ ਕੋਲ ਕਾਲਜ ਤੋਂ ਕੰਪਲੀਸ਼ਨ ਲੈਟਰ ਅਤੇ ਟ੍ਰਾਂਸਕ੍ਰਿਪਟ ਹੈਗੀ ਹੈ ਜਿਹਦੇ ਉੱਤੇ ਤੁਹਾਡੀ GPA ਵਗੈਰਾ ਮਾਰਕਸ ਵਗੈਰਾ ਲੱਗੇ ਹੁੰਦੇ ਆ। ਤਾਂ ਆਪਣੇ ਕੋਲ ਹੈਗਾ ਤਾਂ ਹੀ ਆਪਾਂ ਅਪਲਾਈ ਕਰਨ ਲੱਗੇ ਹਾਂ, ਤਾਂ ਆਪਾਂ ਇੱਥੇ ਯੈਸ ਕਰਾਂਗੇ। ਮਾਰਸ਼ਲ ਸਟੇਟਸ, ਅਗਰ ਤੁਸੀਂ ਇੰਡੀਆ ਤੋਂ ਮੈਰਿਡ ਵਗੈਰਾ ਹੋ ਤੁਸੀਂ ਮੈਰਿਡ ਲਿਖ ਸਕਦੇ ਹੋ, ਸਿੰਗਲ ਹੋ ਤਾਂ ਸਿੰਗਲ ਲਿਖ ਸਕਦੇ ਹੋ। What your province of destination? If visiting multiple provinces, select the one in which you will be spending most of your time। ਇੱਥੇ ਲਿਖੇਗਾ ਵੀ ਤੁਹਾਡੀ ਜਿਹੜੀ ਜੋ ਪ੍ਰੋਵਿੰਸ ਹੈਗੀ ਡੈਸਟੀਨੇਸ਼ਨ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ ਵਰਕ ਪਰਮਿਟ ਤੋਂ ਬਾਅਦ। ਜੇ ਮੂਵ ਹੋਣਾ ਤਾਂ ਉੱਥੋਂ ਦੀ ਪਾ ਦਿਓ, ਨਹੀਂ ਜਿੱਥੇ ਰਹਿੰਦੇ ਹੋ ਤਾਂ ਉੱਥੋਂ ਦੀ ਪਾ ਦਿਓ। ਆਈ ਵਿਲ ਸੁਜੈਸਟ ਜਿੱਥੇ ਰਹਿੰਦੇ ਹੋ ਉੱਥੋਂ ਦੀ ਪਾ ਦਿਓ, ਬਾਅਦ ਦੇ ਵਿੱਚ ਮੂਵ ਨਾ ਹੋਣਾ, ਮੂਵ ਹੋਣਾ ਜਾਂ ਨਾ ਹੋਣਾ ਆਪਣੀ ਆਪਸ਼ਨ ਹੈਗੀ। ਇੱਥੇ ਦੇਖੋ ਦੋ ਆਪਸ਼ਨ ਆ ਗਈਆਂ ਆਪਣੇ ਕੋਲ। ਸਭ ਤੋਂ ਪਹਿਲੀ ਆਪਸ਼ਨ ਹੈ ਜੋ ਆਪਣੇ ਕੋਲ ਉਹ ਹੈਗੀ ਹੈ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ, ਜਿੱਥੇ ਆਪਾਂ ਨੇ ਉੱਥੇ ਫਸਟ ਕੁਐਸਚਨ ਪੁੱਛਿਆ ਸੀ ਨਾ ਵਟ ਵਿਲ ਯੂ ਲਾਈਕ ਟੂ ਡੂ, ਵਟ ਵੁੱਡ ਯੂ ਲਾਈਕ ਟੂ ਡੂ ਇਨ ਕੈਨੇਡਾ। ਜੇ ਉੱਥੇ ਆਪਾਂ ਵਿਜ਼ਿਟ ਸਿਲੈਕਟ ਕਰਦੇ ਤਾਂ ਆਪਾਂ ਵਿਜ਼ਿਟ ਤੇ ਜਾਣਾ ਸੀ, ਹੁਣ ਆਪਾਂ ਵਰਕ ਸਿਲੈਕਟ ਕੀਤਾ ਸੀਗਾ ਉੱਥੇ ਤਾਂ ਆਪਾਂ ਵਰਕ ਪਰਮਿਟ। ਇੱਥੋਂ ਹੀ ਦੋਨੇ ਚੀਜ਼ਾਂ ਅਪਲਾਈ ਹੋ ਜਾਣਗੀਆਂ। ਜਦੋਂ ਤੁਸੀਂ ਇਹ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ TRV ਅਪਲਾਈ ਕਰਨਾ ਵਰਕ ਪਰਮਿਟ ਤੋਂ ਬਾਅਦ, ਜੋ ਕਿ ਇੰਡੀਆ ਤੋਂ ਜ਼ਰੂਰੀ ਹੁੰਦਾ ਜਦੋਂ ਤੁਸੀਂ ਵਾਪਸ ਆਉਂਦੇ ਹੋ, ਤਾਂ ਇਹ ਚੀਜ਼ ਜ਼ਰੂਰੀ ਹੁੰਦੀ ਆ। ਉੱਥੇ ਆਪਾਂ ਵਿਜ਼ਿਟ ਕਰ ਦਾਂਗੇ, ਬਾਕੀ ਸਾਰਾ ਪ੍ਰੋਸੈਸ ਸੇਮ ਆ। ਤੇ ਇੱਥੇ ਆਪਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਨ ਕੈਨੇਡਾ ਲਿਖਾਂਗੇ ਬਿਕੋਜ਼ ਆਪਾਂ ਇਨ ਕੈਨੇਡਾ ਸਿਲੈਕਟ ਕੀਤਾ ਸੀਗਾ, ਰਾਈਟ। ਇੱਥੇ ਆਪਣੀ ਪਰਸਨਲ ਚੈੱਕਲਿਸਟ ਹੈਗੀ, ਠੀਕ ਹੈ। ਇੱਥੇ ਲਿਖਿਆ ਹੈ ਯੂ ਆਰ ਗੋਇੰਗ ਟੂ ਆਸਕ ਫਿਊ ਮੋਰ ਕੁਐਸਚਨ ਬੇਸਡ ਟੂ ਯੂਰ ਆਂਸਰ। on your answer we will provide you with a personal checklist for all the documents you submit your application। ਇੱਥੇ ਆਪਾਂ ਕੰਟੀਨਿਊ ਕਰ ਦਾਂਗੇ। ਇਹਨਾਂ ਨੇ ਪੁੱਛਿਆ do you have an official letter from your school confirms that you have completed your study program as well as copy of your final transcript। ਤੇ completion letter ਤੇ final transcript ਆਪਣੇ ਕੋਲੇ ਹੈਗਾ ਤਾਂ ਆਪਾਂ yes ਕਰਾਂਗੇ। ਤੇ next, have you had a medical exam performed by an IRC panel in last 12 months। ਜੇ ਆਪਣੇ ਕੋਲੇ ਲਾਸਟ 12 ਮੰਥ ਦੇ ਵਿੱਚ ਲਾਸਟ 1 ਈਅਰ ਦੇ ਵਿੱਚ ਆਪਣੇ ਕੋਲੇ ਮੈਡੀਕਲ ਐਗਜ਼ਾਮ ਹੈਗਾ ਤਾਂ ਆਪਾਂ ਸਿਲੈਕਟ ਕਰ ਸਕਦੇ ਹਾਂ ਜੇ ਆਪਾਂ ਨੇ ਮੈਡੀਕਲ ਕਰਾਇਆ ਹੋਇਆ। ਵੈਸੇ ਆਪਾਂ ਇੰਡੀਆ ਤੋਂ ਕਰਾ ਕੇ ਆਉਂਦੇ ਹਾਂ ਤੇ 2 ਸਾਲ ਹੋ ਚੁੱਕੇ ਹੁੰਦੇ ਆ, ਤੇ ਇੱਥੇ ਪੁੱਛਿਆ ਲਾਸਟ 12 ਮੰਥ ਦੇ ਵਿੱਚ ਤਾਂ ਆਪਣੇ ਕੋਲੇ ਨਹੀਂ ਹੈਗਾ ਤਾਂ ਆਪਾਂ ਨੋ ਕਰਾਂਗੇ। ਵੈਸੇ ਵੀ ਇਹਦੇ ਵਾਸਤੇ ਵਰਕ ਪਰਮਿਟ ਵਾਸਤੇ ਮੈਡੀਕਲ ਐਗਜ਼ਾਮ ਰਿਕੁਆਇਰਡ ਨਹੀਂ ਹੁੰਦਾ ਹੈਗਾ, ਉਹ ਸਿਰਫ ਪਰਮਾਨੈਂਟ ਰੈਜ਼ੀਡੈਂਸ ਵਾਸਤੇ ਹੁੰਦਾ। ਤੇ have you lived in a designated country territory more than 6 months in the last year। ਤਾਂ ਆਪਾਂ ਲਾਸਟ ਈਅਰ ਆਪਾਂ ਹੋਰ ਕਿਸੇ ਕੰਟਰੀ ਦੇ ਵਿੱਚ ਨਹੀਂ ਰਹੇ, ਠੀਕ ਹੈ, ਤਾਂ ਆਪਾਂ ਨੋ ਕਰ ਦਾਂਗੇ। ਤੇ ਇੱਥੇ ਇਹਨਾਂ ਨੇ ਪੁੱਛੇਗਾ do you want to work in one of the following job health care ਤੇ clinic patient। most of the time ਕਿ ਮੈਡੀਕਲ ਦੇ ਵਿੱਚ ਤੁਸੀਂ ਐਜ਼ ਅ ਟੀਚਰ ਜਾਂ ਫਿਰ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਨਾ ਤਾਂ ਆਪਾਂ ਯੈਸ ਵੀ ਕਰ ਸਕਦੇ ਹਾਂ, ਨੋ ਵੀ ਕਰ ਸਕਦੇ ਹਾਂ। ਮੈਡੀਕਲ ਦੇ ਸਟੂਡੈਂਟ ਹੋ ਤਾਂ ਯੈਸ ਕਰ ਸਕਦੇ ਹੋ। ਇੱਥੇ ਨੋ। do you want to submit an application of a family member ਦੀ ਆਪਾਂ ਐਪਲੀਕੇਸ਼ਨ ਨਹੀਂ ਸਬਮਿਟ ਕਰਨ ਲੱਗੇ ਬਿਕੋਜ਼ ਇਹ ਵਰਕ ਪਰਮਿਟ ਹੈ ਤਾਂ ਆਪਾਂ ਓਨਲੀ ਆਪਣੇ ਲਈ ਅਪਲਾਈ ਕਰਨਾ, ਤਾਂ ਇੱਥੇ ਆਪਾਂ ਨੋ ਕਰਾਂਗੇ। are you giving someone to access to your application। ਕਿਸੇ ਨੂੰ ਆਪਣੀ ਅਕਾਊਂਟ ਦੀ ਐਕਸੈਸ ਦੇਣੀ ਹੈ, ਨਹੀਂ ਦੇਣੀ, ਨੋ। in past 10 years have you given fingerprints and photo I mean biometric, right। ਬਾਇਓਮੈਟ੍ਰਿਕ ਆਪਣੀ ਹੋਈ ਹੈ ਜਦੋਂ ਆਪਾਂ ਇੰਡੀਆ ਤੋਂ ਆਏ ਸੀ, ਯੈਸ ਕਰ ਦਾਂਗੇ। ਅਗਰ ਆਪਾਂ ਇੱਥੇ ਨੋ ਕਰਦੇ ਹਾਂ ਤਾਂ ਆਪਣੀ ਬਾਇਓਮੈਟ੍ਰਿਕ ਦੀ ਫੀਸ ਵੀ ਇਹਦੇ ਵਿੱਚ ਹੀ ਕੱਟੀ ਜਾਏਗੀ ਤੇ ਉਹ ਆਪਾਂ ਨੂੰ ਅਲੱਗ ਤੋਂ ਇਹਦੇ ਨਾਲ ਹੀ ਪੇ ਕਰਨੀ ਪਏਗੀ। ਉੱਥੇ ਆਪਸ਼ਨ ਆ ਜਾਏਗੀ ਕਿ ਬਾਇਓਮੈਟ੍ਰਿਕ ਦੀ ਫੀਸ ਪੇ ਕਰੋ ਅਗਰ ਇੰਡੀਆ ਤੋਂ ਬਾਇਓਮੈਟ੍ਰਿਕ ਨਹੀਂ ਹੋਈ ਹੈਗੀ, ਬਟ ਹੁਣ ਤਾਂ ਰਿਕੁਆਇਰਡ ਕਰਤੀ
ਤਾਂ ਇੰਡੀਆ ਤੋਂ ਸਾਰੇ ਹੀ ਕਰਾ ਕੇ ਆਉਂਦੇ। ਇਹਨਾਂ ਨੇ ਲਿਖਿਆ there are fees associated with this application, will you be paying your fees or are you fee exempt? ਆਪਾਂ fees pay ਕਰਾਂਗੇ online, yes I will paying my fees, application fees, yes. Are you able to make a digital copy of your documents with the scanner? Scanner ਆਪਣੇ ਫੋਨ ਦੇ ਵਿੱਚ ਹੈਗਾ ਤਾਂ ਇਹਨਾਂ ਨੇ ਪੁੱਛਿਆ ਤੁਸੀਂ ਸਬਮਿਟ ਕਰ ਸਕਦੇ ਹੋ? ਹਾਂ ਆਪਾਂ ਕਰ ਸਕਦੇ ਹਾਂ, yes. ਉਹ ਤੋਂ ਬਾਅਦ will you be paying your application fees online? To pay online you can use credit card, master card, visa, whatever, right? ਤਾਂ ਆਪਾਂ online pay ਕਰਾਂਗੇ, ਆਪਣੇ ਕੋਲੇ ਕਾਰਡ ਵੀ ਹੈਗਾ ਤਾਂ ਆਪਾਂ yes ਕਰਾਂਗੇ। ਇਹ ਆਪਾਂ ਇੱਥੇ ਡਬਲ ਚੈੱਕ ਕਰ ਸਕਦੇ ਹਾਂ ਅਗਰ ਕੁਝ ਵੀ ਆਪਾਂ ਨੂੰ ਗਲਤ ਲੱਗਦਾ ਹੈਗਾ, ਲਾਈਕ ਆਪਾਂ ਨੇ ਜਿਵੇਂ ਇਹ ਫਸਟ ਆਪਸ਼ਨ ਸੀ ਇੱਥੇ ਵਰਕ ਕੀਤਾ ਤਾਂ ਆਪਾਂ ਵਰਕ ਪਰਮਿਟ ਅਪਲਾਈ ਕਰਾਂਗੇ ਤੇ ਕੁਝ ਵੀ ਐਡਿਟ ਕਰਨਾ ਆ ਸਾਈਡ ਤੇ ਕਾਰਨਰਸ ਤੇ ਲੱਗੇ ਹੁੰਦੇ ਆ ਆਪਸ਼ਨਸ ਤਾਂ ਇੱਥੋਂ ਆਪਾਂ ਐਡਿਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਸਿਲੈਕਟ ਕਰਾਂਗੇ ਕੰਟੀਨਿਊ ਤੇ ਸਭ ਕੁਝ ਡਨ ਹੋ ਚੁੱਕਾ ਹੈ, ਵੀ ਆਰ ਆਲਮੋਸਟ ਦੇਅਰ। ਇੱਥੇ ਸਾਰਾ ਕੁਝ ਇਹਨਾਂ ਨੇ ਲਿਖਿਆ ਜੋ ਜੋ ਰਿਕੁਆਇਰਮੈਂਟਸ ਨੇ ਤੇ ਆਪਾਂ ਕੰਟੀਨਿਊ ਕਰ ਦਾਂਗੇ ਇੱਥੋਂ ਤੇ ਇਹ ਆ ਗਏ ਆਪਣੇ ਡਾਕੂਮੈਂਟਸ ਹੈਗੇ ਆ ਆਪਣੇ ਜੋ ਆਪਾਂ ਡਾਕੂਮੈਂਟਸ ਚਾਹੀਦੇ ਆ ਸਪੋਰਟਿੰਗ ਡਾਕੂਮੈਂਟਸ ਤੇ ਐਪਲੀਕੇਸ਼ਨ ਫਾਰਮ ਹੁੰਦਾ ਹੈਗਾ ਇਹ ਰਿਹਾ, ਇਹ ਹੁੰਦਾ ਹੈਗਾ ਵਰਕ ਪਰਮਿਟ ਵਾਸਤੇ ਆਪਾਂ ਨੂੰ ਸਾਰਾ ਫਾਰਮ ਫਿਲ ਕਰਨਾ ਪੈਣਾ ਹੈਗਾ। Application to change conditions, extend stay ਜਾਂ remain in Canada like temporary visa ਜਾਂ ਫਿਰ work permit, ਇਹ ਫਾਰਮ ਹੁੰਦਾ 5IMM 5710 ਇਹ ਆਪਾਂ ਨੂੰ ਓਪਨ ਕਰਨਾ ਪੈਣਾ, ਸਾਰਾ ਫਿਲ ਕਰਨਾ ਪੈਣਾ ਤੇ ਅਪਲੋਡ ਕਰਨਾ ਪੈਣਾ ਤੇ ਉਸ ਤੋਂ ਬਾਅਦ ਆਪਣੀ ਰੀਸੈਂਟ ਟ੍ਰਾਂਸਕ੍ਰਿਪਟ ਜਿਹਦੇ ਆਪਣੇ GPA ਮਾਰਕਸ ਵਗੈਰਾ ਲਿਖੇ ਹੁੰਦੇ ਆ। ਉਸ ਤੋਂ ਬਾਅਦ ਆਪਾਂ ਨੂੰ ਕੰਪਲੀਸ਼ਨ ਲੈਟਰ ਚਾਹੀਦਾ ਹੁੰਦਾ, ਉਹ ਕਾਲਜ ਵਾਲੇ ਦੇ ਦੇਣਗੇ ਤੇ ਉਹ ਤੋਂ ਬਾਅਦ ਪਾਸਪੋਰਟ ਚਾਹੀਦਾ ਹੁੰਦਾ ਆਪਣੇ ਕੋਲੇ ਹੁੰਦਾ ਤੇ ਡਿਜੀਟਲ ਫੋਟੋ, ਇਹ ਆਪਣੇ ਰਿਕੁਆਇਰਡ ਨੇਗੇ ਇਹ ਚਾਰੋਂ ਡਾਕੂਮੈਂਟ ਤੇ 1/5 ਇਹ ਨੀਚੇ ਵਾਲਾ ਆਪਣਾ ਆਪਸ਼ਨਲ ਆ this one, ਇਹ ਆਪਾਂ ਨੂੰ ਜ਼ਰੂਰੀ ਨਹੀਂਗਾ ਤੇ ਉਹ ਤੋਂ ਬਾਅਦ ਆਪਣੀ ਜੋ ਫੀਸ ਹੁੰਦੀ ਆ ਵਰਕ ਪਰਮਿਟ ਦੀ ਉਹ $155 ਫੀਸ ਹੁੰਦੀ ਹੈਗੀ, ਠੀਕ ਹੈ। ਓਪਨ ਵਰਕ ਪਰਮਿਟ ਇਹ ਆਪਣਾ ਸਿਲੈਕਟ ਨਹੀਂ ਕਰਨਾ ਸੀਗਾ, ਆਪਣੇ ਤੋਂ ਸਿਲੈਕਟ ਹੋ ਗਿਆ ਤਾਂ ਇਹ ਆਪਾਂ ਕੈਂਸਲ ਕਰ ਸਕਦੇ ਹਾਂ ਤੇ ਆਪਾਂ ਸਿਰਫ this one ਪੇ ਕਰਾਂਗੇ ਓਨਲੀ ਵਰਕ ਪਰਮਿਟ। $150 ਫੀਸ ਹੁੰਦੀ ਆ ਆਪਣੀ ਤੇ $100 ਓਪਨ ਵਰਕ ਪਰਮਿਟ ਆਪਣੇ ਤੋਂ ਐਕਸਟਰਾ ਆਪਸ਼ਨ ਸਿਲੈਕਟ ਹੋ ਗਈ ਸੀਗੀ, ਆਪਾਂ ਨੇ ਉਹ ਨਹੀਂ ਕਰਨੀ ਹੈਗੀ, ਆਪਾਂ ਸਿਰਫ ਇਹ ਚੀਜ਼ ਅਪਲਾਈ ਕਰਨ ਲੱਗੇ ਆਂਗੇ, ਠੀਕ ਆ। ਤਾਂ ਇਹਦੀ $155 ਫੀਸ ਆ ਤੇ ਇਹ ਆਪਾਂ ਜਦੋਂ ਪੇ ਕਰਾਂਗੇ ਤਾਂ ਓਨਲੀ $155 ਹੀ ਆਪਾਂ ਨੂੰ ਪੇ ਕਰਨੇ ਪੈਣਗੇ, ਰਾਈਟ। ਜਦੋਂ ਸਾਰੀਆਂ ਤੁਸੀਂ ਆਹ ਅਪਲੋਡ ਕਰ ਦੋਗੇ ਡਾਕੂਮੈਂਟਸ ਤਾਂ ਉਹ ਤੋਂ ਬਾਅਦ ਤੁਹਾਨੂੰ ਆਪਸ਼ਨ ਆ ਜੂਗੀ ਨੀਚੇ ਪੇਮੈਂਟ ਦੀ ਤਾਂ $155 ਹੋਏਗੀ, ਨੋਟ this $100, ਇਹ ਆਪਣੇ ਤੋਂ ਬਾਈ ਮਿਸਟੇਕ ਸਿਲੈਕਟ ਹੋ ਗਿਆ ਸੀਗਾ।